BSL बेचती, रेलवे बेचती, वो कित्थे गया पैसा। देश ਦਾ ਅੰਨਦਾਤਾ ਸੜਕਾਂ ਤੇ ਬਹਿ ਕੇ ਅੰਦੋਲਨ ਕਰ ਰਿਹਾ ਹੈ ਤੇ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ। ये हुण गुलामी हो रही है, दोबारा तो गुलामी हो रही है। ਪਰ ਘਰਾਂ ਵਿੱਚ ਸਾਨੂੰ ਠੰਡ ਲੱਗਦੀ ਹੈ ਤੇ ਉਹਨਾਂ ਦਾ ਹਾਲ ਦੇਖੋ ਕੀ ਹੋ ਰਿਹਾ ਉੱਥੇ। मोदी साहब ने जिहड़ी चाल चली है वो पढ़ी लिखी चाल चली है। ਲੁਧਿਆਣਾ ਲਾਈਵ ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਕੁਲਵਿੰਦਰ ਸਿੰਘ। ਕਿਸਾਨੀ ਸੰਘਰਸ਼ ਜਾਰੀ ਹੈ। ਕਿਸਾਨੀ ਸੰਘਰਸ਼ ਕਹਿ ਲਈਏ ਜਾਂ ਕਿਸਾਨੀ ਮੋਰਚਾ ਕਹਿ ਲਈਏ, ਇਸ ਨੂੰ ਆਪਾਂ ਕਿਸਾਨ ਅੜੇ ਹੋਏ ਨੇ ਕਿ ਇਹ ਬਿੱਲਾਂ ਨੂੰ ਅਸੀਂ ਰੱਦ ਕਰਵਾ ਕੇ ਹਟਾਂਗੇ ਤੇ ਕੇਂਦਰ ਸਰਕਾਰ ਹੈ ਜਿਹੜੀ ਉਹ ਆਪਣੇ ਅੜੀਅਲ ਰਵੱਈਏ ਤੇ ਅੜੀ ਹੋਈ ਹੈ ਕਿ ਬਿੱਲਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ, ਇਹਨਾਂ ਦੇ ਵਿੱਚ ਸੋਧਾਂ ਕਰ ਦਿੱਤੀਆਂ ਜਾਣਗੀਆਂ। ਉਸ ਦੇ ਤਹਿਤ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਇੰਡਸਟਰੀਅਲ ਏਰੀਏ ਦੇ ਵਿੱਚ, ਜਿੱਥੇ ਕਿ ਜਿਹੜੇ ਕੁਝ ਫੈਕਟਰੀਜ਼ ਦੇ ਓਨਰ ਨੇ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰ ਲੈਂਦੇ ਹਾਂ ਉਹਨਾਂ ਨਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਦੇਖਦੇ ਹੋ ਜਿਹੜਾ ਸੰਘਰਸ਼ ਹੈ ਦਿਨ ਪਰ ਦਿਨ ਜਿਹੜਾ ਵੱਧਦਾ ਜਾ ਰਿਹਾ ਵਾ ਕੇਂਦਰ ਸਰਕਾਰ ਦੀ? ਜੇ ਆਪਾਂ ਗੱਲ ਕਰ ਰਹੀਏ, ਇੱਕ ਆਵਾਜ਼ ਤੁਹਾਨੂੰ ਲੱਗਦਾ ਕਿ ਕੇਂਦਰ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚ ਰਹੀ ਹੈ? ਕਿਸ ਤਰੀਕੇ ਦੇ ਨਾਲ ਉੱਥੇ ਯੂਥ ਹੈ ਜਾਂ ਆਪਾਂ ਬਜ਼ੁਰਗਾਂ ਦੀ ਗੱਲ ਕਰ ਲਈਏ, ਕਿਸ ਤਰੀਕੇ ਦੇ ਨਾਲ ਇਕੱਠਾ ਹੋ ਰਿਹਾ ਉੱਥੇ? ਦੇਖੋ ਕੇਂਦਰ ਤੱਕ ਗੱਲ ਤੇ ਪਹੁੰਚ ਹੀ ਰਹੀ ਹੈ ਕਿਉਂਕਿ ਇੰਨੇ ਸਾਰੇ ਕਿਸਾਨ ਭਰਾ ਉੱਥੇ ਬੈਠੇ ਨੇ ਮੋਰਚੇ ਤੇ, ਉਹਨਾਂ ਨੇ ਆਪਣੀ ਗੱਲਬਾਤ ਰੱਖ ਰਹੇ ਨੇ। ਕੇਂਦਰ ਸਰਕਾਰ ਚਾਹ ਰਹੀ ਹੈ ਕਿ ਉਹਨਾਂ ਨਾਲ ਗੱਲਬਾਤ ਵੀ ਕਰੇ। ਅਸੀਂ ਤਾਂ ਇਹੀ ਚਾਹੁੰਦੇ ਹਾਂ ਇੰਡਸਟਰੀਅਲ ਭਰਾ ਵੀ ਸਾਡਾ ਵੀ ਨੁਕਸਾਨ ਹੋ ਰਿਹਾ, ਉਹਨਾਂ ਦਾ ਵੀ ਨੁਕਸਾਨ ਹੋ ਰਿਹਾ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਉਹ ਭਰਾਵਾਂ ਨਾਲ ਗੱਲਬਾਤ ਕਰ ਰਹੇ, ਕਿਸਾਨ ਭਰਾਵਾਂ ਨਾਲ, ਕਿਸਾਨ ਜਥੇਬੰਦੀਆਂ ਨਾਲ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ, ਜਿਸ ਦੇ ਨਾਲ ਸਾਡੇ ਸਾਰੇ ਭਾਈਚਾਰੇ ਦਾ ਨੁਕਸਾਨ ਨਾ ਹੋਵੇ। ਉਹ ਵੀ ਵਿਚਾਰੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਨੇ, ਘਰ-ਬਾਰ ਛੱਡ ਕੇ। ਕੋਈ ਵੀ ਆਪਣੀ ਮਰਜ਼ੀ ਨਾਲ ਤਾਂ ਚਾਹੁੰਦਾ ਨਹੀਂ ਕਿ ਉੱਥੇ ਬੈਠਣਾ। ਤੇ ਅਸੀਂ ਇਹੀ ਸਰਕਾਰ ਤੋਂ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਕੋਈ ਵਧੀਆ ਹੱਲ ਕੱਢਿਆ ਜਾਵੇ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਉੱਤੇ ਕੋਈ ਲਾਭ ਮਿਲੇ। ਜੇ ਆਪਾਂ ਗੱਲ ਕਰ ਲਈਏ ਠੰਡ ਦੀ, ਟੈਂਪਰੇਚਰ ਹੈ ਜਿਹੜਾ ਦਿਨ ਪਰ ਦਿਨ ਗਿਰਦਾ ਜਾ ਰਿਹਾ ਵਾ ਦਿੱਲੀ ਦੇ ਵਿੱਚ, ਤਾਂ ਵੈਸੇ ਹੀ ਇਸ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਇਸ ਮਹੀਨੇ ਦੀ, ਤਾਂ ਠੰਡ ਵੈਸੇ ਹੀ ਬਹੁਤ ਵੱਧ ਜਾਂਦੀ ਆ ਉੱਥੇ। ਠੰਡ ਦੀ ਗੱਲ ਕਰੀਏ, ਠੰਡ ਦੇ ਨਾਲ ਵੀ ਜਿਹੜੀਆਂ ਮੌਤਾਂ ਕਾਫੀ ਹੋ ਰਹੀਆਂ ਨੇ। ਕਿੱਦਾਂ ਸੋਚਦੇ ਹੋ ਇਸ ਚੀਜ਼ ਨੂੰ ਤੁਸੀਂ ਵੀ? ਜਿਹੜੇ ਨੌਜਵਾਨ ਆ ਜਾਂ ਆਪਾਂ ਬਜ਼ੁਰਗ ਕਹਿ ਲਈਏ, ਉਹ ਦਿਨ ਪਰ ਦਿਨ ਜਿਹੜਾ ਠੰਡ ਦੇ ਨਾਲ ਵੀ ਕਹਿ ਲਈਏ ਮੌਤਾਂ ਹੋ ਰਹੀਆਂ ਆ ਉੱਥੇ। ਦੇਖੋ ਅਸੀਂ ਤਾਂ ਠੰਡ ਦੇ ਵਿੱਚ ਦੋ ਰਜਾਈਆਂ, ਦੋ ਕੰਬਲ ਕਰਕੇ ਘਰ ਬੈਠੇ ਹਾਂ, ਨਿੱਘੇ ਹੋ ਕੇ ਜੈਕਟਾਂ। ਸਾਡੇ ਭਰਾ ਵੀਰ ਉੱਥੇ ਬੈਠੇ ਨੇ, ਉਹ ਵੀ ਇਸੇ ਦੇਸ਼ ਦੇ ਹੀ ਨੇ, ਉਹ ਵੀ ਸਾਰੇ ਸਾਡੇ ਭਰਾ ਨੇ। ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਬੈਠ ਕੇ ਟੇਬਲ ਦੇ ਉੱਤੇ ਹਰ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੋ ਸਕਦਾ, ਉਹਨੂੰ ਗੱਲਬਾਤ ਨਾਲ ਹੱਲ ਕਰ ਦਿਓ। ਕਿਹੜੀ ਸਮੱਸਿਆ ਜਿਹੜੀ ਗੱਲਬਾਤ ਨਾਲ ਹੱਲ ਨਹੀਂ ਹੋ ਸਕਦੀ? ਜੇ ਆਪਾਂ ਯੂਥ ਦੀ ਗੱਲ ਕਰੀਏ, ਯੂਥ ਪੂਰਾ ਉੱਥੇ ਦਿੱਲੀ ਦੇ ਵਿੱਚ ਪਹੁੰਚਿਆ ਹੋਇਆ ਹੁਮ-ਹੁਮਾ ਕੇ। ਜੇ ਗੱਲ ਕਰੀਏ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜੇ ਬਜ਼ੁਰਗ ਸੀਗੇ ਆਪਣੇ ਪਿੰਡਾਂ ਦੇ ਵਿੱਚ ਟਰਾਲੀਆਂ ਇਕੱਠੀਆਂ ਕਰਕੇ ਲੈ ਗਏ ਸੀਗੇ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਯੂਥ ਆ ਉਹ ਹੁਮ-ਹੁਮਾ ਕੇ ਪਹੁੰਚ ਰਿਹਾ ਵਾ। ਕਿੱਦਾਂ ਦੇਖਦੇ ਹੋ ਤੁਸੀਂ ਯੂਥ ਨੂੰ? ਕਿੱਦਾਂ ਦਾ ਕਦਮ ਸਮਝਦੇ ਹੋ ਜਿਹੜਾ ਯੂਥ ਉੱਥੇ ਹੁਮ-ਹੁਮਾ ਕੇ ਪਹੁੰਚ ਰਿਹਾ ਹੁਣ? ਭਾਜੀ ਉਹ ਤਾਂ ਜਿਹੜਾ ਵੀ ਹੈ ਯੂਥ ਵੀ ਸਾਰਾ ਉਸ ਦੇ ਨਾਲ ਆ, ਅਸੀਂ ਵੀ ਉਸ ਦੇ ਨਾਲ ਆ। ਮਤਲਬ ਇਹ ਹੈ ਕਿ ਗੌਰਮੈਂਟ ਨੂੰ ਸਾਡੀ ਸੁਣਵਾਈ ਕਰਨੀ ਚਾਹੀਦੀ ਹੈ, ਕੋਈ ਨਾ ਕੋਈ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਵਾ ਕਿ ਮਤਲਬ ਇੱਥੇ ਕਿਸਾਨਾਂ ਦੇ ਨਾਲ ਪੂਰਾ ਹੈਗੇ ਆ। ਇਸ ਚੀਜ਼ ਨੂੰ ਕੋਈ ਨਹੀਂ ਮਨਾ ਹੈਗਾ ਵੀ ਕਿਸਾਨਾਂ ਦੇ ਨਾਲ ਪੂਰੇ ਜ਼ੋਰ ਨਾਲ ਅਸੀਂ ਵੀ ਉਹਨਾਂ ਦੇ ਨਾਲ ਆ, ਯੂਥ ਪੂਰਾ ਉਹਨਾਂ ਦੇ ਨਾਲ ਆ। ਜੇ ਆਪਾਂ ਗੱਲ ਕਰ ਲਈਏ ਵੀ ਆਉਣ ਵਾਲਾ ਟਾਈਮ ਹੈ ਜਿਹੜਾ, ਜਦੋਂ BJP ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਕਹਿ ਲਈਏ ਆਪਾਂ ਬਣਨੀ ਸੀ, ਤਾਂ ਉਦੋਂ ਬੜੇ ਵੱਡੇ ਵਾਅਦੇ ਕੀਤੇ ਜਾਂਦੇ ਸੀ ਵੀ ਆਉਣ ਵਾਲਾ ਟਾਈਮ ਤੁਹਾਡਾ ਵਧੀਆ ਹੋਊਗਾ। ਤੁਹਾਨੂੰ ਲੱਗਦਾ ਕਿਸੇ ਤਰੀਕੇ ਦੇ ਨਾਲ ਵਧੀਆ ਟਾਈਮ ਹੋਇਆ ਵਾ? ਨਹੀਂ ਜੀ, ਇਸ ਤਰੀਕੇ ਨਾਲ ਟਾਈਮ ਕੋਈ ਵਧੀਆ ਨਹੀਂ ਹੋਇਆ ਹੈਗਾ। ਮਤਲਬ ਜੋ ਵੀ ਹੈ ਇਹ ਸਭ ਇੱਕ ਗੌਰਮੈਂਟ ਦੀ ਰਲੀ ਮਿਲੀ ਸਾਜ਼ਿਸ਼ ਆ। ਗੌਰਮੈਂਟ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਅਸੀਂ ਮਤਲਬ ਇਹ ਪਹਿਲਾਂ ਵੀ ਬਿੱਲ ਲਾਗੂ ਕਰਨੀ ਹੈ, ਕੁਛ ਕਰਨੀ ਆ। ਮਤਲਬ ਵੀ ਇਹ ਸਭ ਕੁਝ ਇੱਕ ਮਿਲੀ ਜੁਲੀ ਸਾਜ਼ਿਸ਼ ਹੋ ਰਹੀ ਹੈ, ਹੋਰ ਕੁਛ ਨਹੀਂ ਹੈ। ਜੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ, ਕੀ ਨਾਮ ਹੈ ਸਰ ਤੁਹਾਡਾ? मैं बलविंदर सिंह गोरा है मेरा नाम, तो स्टार वर्ल्ड इंडस्ट्री तो लुधियाने तो मैं इंडस्ट्री एरिया C च है साड़ी फैक्ट्री। ये ਜਿਹੜੇ ਮੇਰੇ ਨਾਲ ਬੈਠੇ ਨੇ ਸਾਡੇ ਏਰੀਏ ਦੇ ਹੀ ਬੰਦੇ ਨੇ। ਕੀ ਕਹਿਣਾ ਚਾਹੋਗੇ? ਕਿੱਦਾਂ ਦੇਖਦੇ ਹੋ ਤੁਸੀਂ ਸੰਘਰਸ਼ ਹੈ ਜਿਹੜਾ ਦਿਨ ਪਰ ਦਿਨ ਵੱਧਦਾ ਜਾ ਰਿਹਾ? ਨੌਜਵਾਨ ਵੀ ਉੱਥੇ ਸ਼ਿਰਕਤ ਕਰ ਰਿਹਾ, ਸਿੰਗਰ, ਬਾਲੀਵੁੱਡ ਦੇ ਐਕਟਰਸ ਨੇ, ਜਾਂ ਕਹਿ ਲਈਏ ਪੰਜਾਬ ਦਾ ਕੋਈ ਵਿਅਕਤੀ ਹੋਵੇਗਾ ਜਿਹਨੇ ਉੱਥੇ ਸ਼ਿਰਕਤ ਨਹੀਂ ਕੀਤੀ ਹੋਵੇਗੀ, ਹਾਜ਼ਰੀ ਨਹੀਂ ਲਵਾਈ ਹੋਵੇਗੀ। ਕੀ ਲੱਗਦਾ ਕਿ ਆਉਣ ਵਾਲਾ ਟਾਈਮ ਦੇ ਵਿੱਚ ਜਿਹੜਾ ਕਿਸਾਨਾਂ ਦਾ ਹੱਲ ਕਰੇਗੀ ਕੇਂਦਰ ਸਰਕਾਰ? देखो सरकार करे ना करे, पर किसान ਜਿਹੜੇ ਮੁੱਦੇ ਦੇ ਉੱਤੇ ਬੈਠੇ ਨੇ, ਇਹ ਇਕੱਲਾ ਪੰਜਾਬ ਨਹੀਂ ਹੈ, ਹਿੰਦੁਸਤਾਨ ਦੇ ਸਾਰੇ ਹੀ ਬਰਾਦਰੀਆਂ ਦੇ ਵਿੱਚ ਸਭ ਬੰਦੇ ਇਕੱਠੇ ਹੋ ਚੁੱਕੇ ਨੇ। ਇਹਦੇ ਨਾਲ ਨਾ ਕਿ ਇੰਡਸਟਰੀ ਦਾ ਨੁਕਸਾਨ ਹੋ ਰਿਹਾ, ਕਿਸਾਨ ਭਰਾਵਾਂ ਦਾ ਵੀ ਹੋ ਰਿਹਾ, ਹਿੰਦੁਸਤਾਨ ਦਾ ਵੀ ਨੁਕਸਾਨ ਹੋ ਰਿਹਾ। ਮੋਦੀ ਸਾਹਿਬ ਨੇ ਜਿਹੜੀ ਚਾਲ ਚੱਲੀ ਹੈ ਉਹ ਪੜ੍ਹੀ ਲਿਖੀ ਚਾਲ ਚੱਲੀ ਹੈ।
ਵੀ ਦੁਨੀਆ ਨੂੰ ਜਿਹੜੇ ਹਿੰਦੁਸਤਾਨ ਦੇ ਬਾਕੀ ਮੈਂਬਰ ਆ ਉਹਨਾਂ ਨੂੰ ਤਾਂ ਇੱਕ ਸਮਝਿਆ ਗਿਆ ਵੀ ਇਹਨਾਂ ਨੂੰ ਅਨਪੜ੍ਹਤਾ ਆ, ਵੀ ਅਨਪੜ੍ਹਤਾ ਕਿਸ ਤਰ੍ਹਾਂ ਹੋ ਗਈ ਵੀ ਜਿਹੜੇ ਕਿਸਾਨ ਆ ਜਿਹੜੇ ਉਹ ਪੜ੍ਹੇ ਲਿਖੇ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਹੈ ਵੀ ਸਰਕਾਰ ਕੀ ਕਰ ਰਹੀ ਹੈ। ਰਿਲਾਇੰਸ ਗਰੁੱਪ ਨੂੰ 2 ਸਾਲ ਪਹਿਲਾਂ ਪਤਾ ਲੱਗ ਗਿਆ ਸੀਗਾ ਵੀ ਇਹ ਕੰਮ ਹੋਣਾ, ਤੇ ਉਹਨੇ ਬੜੀਆਂ ਬੜੀਆਂ ਜਗ੍ਹਾ ਲੈ ਲਈਆਂ, ਭੰਡਾਰ ਬਣਾ ਲਏ ਜੀ। ਉਹ ਕਿੱਥੋਂ ਬਣਾਏ ਨੇ, ਕਿਹਦੀ ਸਾਜ਼ਿਸ਼ ਨਾਲ ਬਣੇ ਨੇ ਉਹ? ਕਿ ਜੇ ਇਹੀ ਕੁਛ ਦੇਣਾ, ਰਿਲਾਇੰਸ ਨੂੰ ਰੇਲਵੇ ਦੇਤੀ, ਏਅਰਪੋਰਟ ਦੇਤੇ, ਤੇਲ ਦੇ ਭੰਡਾਰ ਦੇਤੇ, ਹਿੰਦੁਸਤਾਨ 'ਚ ਤੇਲ ਦੀ ਕੀਮਤ ਕਿਉਂ ਨਹੀਂ ਘਟ ਰਹੀ? ਇਹ ਘਟਣ ਦੀ ਚਾਹੀਦੀ ਹੈ ਕਿ ਨਹੀਂ? ਹਿੰਦੁਸਤਾਨ ਦੇ ਲਈ ਮੰਗ ਆ, ਕਿਸਾਨਾਂ ਦੀ ਮੰਗ ਆ ਵੀ ਡੀਜ਼ਲ ਕਿਸਾਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਸ ਜਗ੍ਹਾ ਤੇ ਬਿਜਲੀ ਨਹੀਂ ਹੈਗੀ ਜਾਂ ਨਹੀਂ ਬਿਜਲੀ ਆ ਰਹੀ ਕਿਸੇ ਕਾਰਨ ਕਰਕੇ, ਤੇ ਹੁਣ ਉੱਤੋਂ ਜਿਹੜਾ ਕੋਲਾ ਆ, ਪੰਜਾਬ ਨੂੰ ਕੋਲਾ ਹੀ ਨਹੀਂ ਆਉਣ ਦਿੱਤਾ ਜਾ ਰਿਹਾ। ਕਿਉਂ ਨਹੀਂ ਆਉਣ ਦਿੱਤਾ ਜਾਇਆ? ਕਿ ਪੰਜਾਬ ਨੂੰ ਥੱਲੇ ਲਾਉਣ ਦਾ ਕਾਰਨ ਹੈ। ਜੇ ਪੰਜਾਬੀ ਮੂਹਰੇ ਹੋ ਕੇ ਕੰਮ ਕਰਦੇ ਨੇ, ਜੇ ਹਿੰਦੁਸਤਾਨ ਆਜ਼ਾਦ ਕਰਾਇਆ ਸੀਗਾ ਜਦ ਹੀ ਇਹ ਜਿਹੜੇ ਟੁਕੜੇ ਕਰਨੇ ਜਦ ਹੀ ਕਰ ਦਿੰਦੇ। ਇਹ ਕੀ ਕਰ ਰਹੇ ਨੇ? ਸਿਰਫ ਲੋਕਾਂ ਦੇ ਗਲਿਆਂ ਦੇ ਵਿੱਚ ਪਾ ਰਹੇ ਨੇ ਵੀ ਤੁਸੀਂ ਜੀ ਅੱਤਵਾਦੀ ਹੋ ਜੀ, ਤੁਸੀਂ ਵੱਖਵਾਦੀ ਹੋ ਜੀ। ਵੱਖਵਾਦੀ ਕਾਹਦੇ ਨਾਲ ਹੋ ਗਏ? ਜੇ ਆਪਣੀ ਡਿਮਾਂਡ ਰੱਖਦੇ ਤਾਂ ਵੱਖਵਾਦੀ ਹੋ ਗਏ। ਡਿਮਾਂਡ ਨਹੀਂ ਪੂਰੀ ਸਰਕਾਰ ਕਰ ਸਕਦੀ, ਪਹਿਲਾਂ ਸੋਚਦੀ ਫਿਰ ਉਸ ਨੂੰ ਲਾਗੂ ਕਰਦੀ। ਲਾਗੂ ਕਿਸ ਢੰਗ ਨਾਲ ਕੀਤਾ ਵੀ ਉੱਥੇ ਪਹਿਲਾਂ ਤਾਂ ਗੋਡਾਊਨ ਬਣਾਤੇ ਜੀ, ਜਗ੍ਹਾ ਦੇਤੀਆਂ ਜੀ, ਰੇਲਵੇ ਤੱਕ ਉੱਥੇ ਤਾਂ ਪਹੁੰਚ ਗਈ ਹੈ ਜੀ। ਮੈਂ ਕਹਿੰਦਾ ਅਸੀਂ ਹਿੰਦੁਸਤਾਨ ਦੇ, ਅਸੀਂ ਲੁਧਿਆਣੇ ਸ਼ਹਿਰ ਦੇ ਕਹਿੰਦੇ ਆ ਵੀ ਸਰਕਾਰ ਅਸੀਂ ਡਿਮਾਂਡ ਆਪਣੀ ਰੱਖਦੇ ਹਾਂ, ਸਾਨੂੰ ਦਵੇ ਕੀ ਦੇ ਸਕਦੀ ਆ। ਜਿਸ ਤਰ੍ਹਾਂ ਅਸੀਂ ਮੰਗਾਂਗੇ ਉਸ ਤਰ੍ਹਾਂ ਦਊਗੀ। ਉਹਨੇ ਜਦੇ ਹੱਥ ਖੜੇ ਕਰ ਦੇਣੇ। ਸਾਡੇ ਬੈਂਕਾਂ ਦੇ ਮੈਂ ਕਹਿੰਦਾ ਇਹੀ ਸਾਡੇ ਜਿਹੜੇ ਲੋਨ ਨੇ ਜਿਹੜੇ ਇੰਡਸਟਰੀ ਦੇ ਉੱਤੇ ਲਏ ਹੋਏ ਨੇ ਉਹੀ ਮਾਫ ਕਰ ਦੇਵੇ। ਅਡਵਾਨੀ ਨੂੰ ਕਿਉਂ ਮਾਫ ਕੀਤਾ ਜਾ ਰਿਹਾ ਵਾ? ਅਡਾਨੀ ਅੰਬਾਨੀ ਦੀ ਜੇ ਗੱਲ ਕਰ ਲਈਏ ਆਪਾਂ, ਜੇ ਹੁਣ ਆਪਾਂ ਪਹਿਲਾਂ ਨਜ਼ਰ ਮਾਰਦੇ ਸੀਗੇ, ਜੇ ਆਪਾਂ ਹਾਈਵੇ ਤੇ ਪਾਉਂਦੇ ਸੀ ਜਾਂ ਕਿਤੇ ਪਿੰਡਾਂ ਨੂੰ ਜਾਂਦੇ ਸੀਗੇ, ਲਿਖਿਆ ਨਜ਼ਰ ਆਉਂਦਾ ਸੀ ਭਾਰਤ ਗੈਸ, ਇੰਡੀਅਨ ਆਇਲ, ਪੈਟਰੋਲ ਪੰਪਸ, ਤੇ ਹੁਣ ਨਜ਼ਰਾਂ ਦੇ ਵਿੱਚ ਇਹ ਆ ਰਿਹਾ ਵਾ ਅਡਾਨੀ ਪੰਪਸ, ਅਡਾਨੀ ਗੈਸ। ਜਿਹੜਾ ਮੋਦੀ ਸਰਕਾਰ ਦੀ ਜੇ ਗੱਲ ਕਰੀਏ, ਸਾਰਾ ਜੋਬ ਵੀ ਜੇ ਆਪਾਂ ਕਹਿ ਲਈਏ ਪੂਰੇ ਇੰਡੀਆ ਨੂੰ ਉਹਨਾਂ ਨੇ ਕੰਟਰੈਕਟ ਬੇਸ ਤੇ ਕਰ ਦਿੱਤਾ। ਰੇਲਵੇ ਦੀਆਂ ਗੱਡੀਆਂ ਕਹਿ ਲਈਏ ਕੰਟਰੈਕਟ ਬੇਸ ਤੇ ਕਰ ਦਿੱਤੇ। ਸਹੀ ਕੀਤਾ ਉਹਨਾਂ ਨੇ ਤੁਹਾਡੇ ਹਿਸਾਬ ਨਾਲ? ਦੇਖੋ ਜਿਹੜਾ ਇਹ ਕੰਮ ਹੋ ਰਿਹਾ ਵਾ, ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਟੇਸ਼ਨ ਆ ਨਾ ਉਹ ਵੀ ਇਹ ਵੇਚ ਦੇਣਗੇ। ਉਹਦੇ ਉੱਤੇ ਵੀ ਬੰਦਾ ਕੋਈ ਸਟੇਸ਼ਨ ਤੇ ਚੜ੍ਹਨ ਲੱਗਿਆ ਨਾ, ਉਹਨੂੰ ਮਨਮਰਜ਼ੀ ਨਾਲ ਆਪਣੀ ਟ੍ਰੇਨ ਨਹੀਂ ਫੜ ਸਕੂਗਾ। ਉਹ ਇਹ ਕਹਿਣਗੇ ਪਹਿਲਾਂ ਤੁਸੀਂ ਅੰਮ੍ਰਿਤਸਰ ਨੂੰ ਜਾਓ, ਬਾਅਦ 'ਚ ਜਲੰਧਰ ਜਾਇਓ, ਵੀ ਉੱਥੋਂ ਵਾਪਸ ਆਉਣਾ ਪਊਗਾ ਤੁਹਾਨੂੰ। ਇਹੋ ਜਿਹੇ ਕਾਨੂੰਨ, ਗੰਦੇ ਕਾਨੂੰਨ ਲਾ ਰਹੇ ਨੇ ਇਹ। ਕੀ ਮਤਲਬ ਆ ਜਿਹੜੇ ਇਹ ਚੀਜ਼ਾਂ ਦੇ ਰਹੇ? ਕੀ ਹਿੰਦੁਸਤਾਨ 'ਚ ਕੀ ਘਾਟਾ ਪੈ ਗਿਆ? ਸੋਨਾ ਤੱਕ ਇਹਨਾਂ ਨੇ ਗਿਰਵੀ ਰੱਖਤਾ ਹੈ। ਉਹ ਕਾਹਦੇ ਵਾਸਤੇ ਰੱਖਿਆ? ਜਿਹੜੀਆਂ ਇਹਨਾਂ ਨੇ ਇੰਡਸਟਰੀ ਵੇਚੀ ਆ, ਜੋ ਵੀ ਆ, BSNL ਵੇਚਤੀ, ਰੇਲਵੇ ਵੇਚਤੀ, ਉਹ ਕਿੱਥੇ ਗਿਆ ਪੈਸਾ? ਕੋਈ ਦੱਸੂਗਾ? ਮੋਦੀ ਸਾਹਿਬ ਦੱਸਣਗੇ ਵੀ ਕਿੱਥੇ ਆ ਪੈਸਾ? ਯਾਰ ਹੋਰ ਜਿਹੜੇ ਨੇ ਨਾਲ ਨੇ ਮੈਂਬਰ ਉਹ ਦੱਸਣਗੇ? ਕੋਈ ਨਹੀਂ ਦਾ ਕਰ ਰਿਹਾ ਇਸ ਬਾਰੇ ਗੱਲ। ਇਹ ਤਾਂ ਸਿਰਫ ਇੱਕ ਜਿੱਦਾਂ ਕਹਿੰਦੇ ਪਹਿਲਾਂ ਹਿੰਦੁਸਤਾਨ ਗੁਲਾਮ ਹੋਇਆ ਸੀਗਾ, ਇਹ ਹੁਣ ਗੁਲਾਮੀ ਹੋ ਰਹੀ ਹੈ, ਦੁਬਾਰਾ ਤੋਂ ਗੁਲਾਮੀ ਹੋ ਰਹੀ ਹੈ ਵੀ ਵੱਡੇ ਘਰਾਣਿਆਂ ਨੂੰ ਸਾਰਾ ਕੁਝ ਦੇ ਕੇ। ਔਰ ਜਿੰਨੇ ਥੱਲੇ ਦੇ ਸਪੋਜ਼ ਕਰੋ ਛੋਟੇ ਇੰਡਸਟਰੀਲਿਸਟਾਂ, ਸਾਡੀਆਂ ਇੰਡਸਟਰੀਆਂ ਵੀ ਕਿਸੇ ਨੇ ਇਹਨਾਂ ਨੇ ਖਤਮ ਕਰ ਦੇਣੀਆਂ ਨੇ। ਉਹਦੇ ਵਿੱਚ ਹਿੰਦੁਸਤਾਨ ਦਾ ਕੋਈ ਕਸੂਰ ਨਹੀਂ ਹੋਊਗਾ। ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਇਹਨਾਂ ਨੂੰ ਇਹਨਾਂ ਕੰਮਾਂ ਤੋਂ ਬਾਜ਼ ਆਉਣਾ ਚਾਹੀਦਾ। ਉਹ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ, ਨਾ ਕਿ ਇਹ ਨਹੀਂ ਹੋਣਾ ਚਾਹੀਦਾ ਵੀ ਜੋ ਲਾਗੂ ਕਰਤਾ ਦੱਸਣ, ਇਹ ਵੀ ਦੱਸਣ ਇਸ ਗੱਲ ਦੇ ਉੱਤੇ ਕੀ ਲਾਗੂ ਕੀਤਾ, ਕਿ ਲੋਕਾਂ ਨੂੰ ਪਬਲਿਕ ਦੱਸਣ। ਨਿਊਜ਼ ਚੈਨਲ ਕਿਉਂ ਬੰਦ ਕੀਤੇ ਹੋਏ ਨੇ? ਸਾਰੇ ਚੈਨਲ ਬੰਦ ਨੇ। ਘੱਟੋ ਘੱਟ ਕੋਈ ਚੈਨਲ ਤਾਂ ਕੋਈ ਰਿਪੋਰਟ ਦੇਵੇ। ਉੱਥੇ ਹਰ ਸਮੇਂ ਝੂਠ ਤੂਫਾਨ ਹੀ ਚੱਲ ਰਿਹਾ ਵਾ। ਮੋਦੀ ਸਾਹਿਬ ਜੁਮਲੇਬਾਜ਼ੀ ਕਰੀ ਜਾਂਦੇ ਨੇ। ਜੁਮਲੇਬਾਜ਼ੀ ਨਾਲ ਹਿੰਦੁਸਤਾਨ ਚੱਲੇਗਾ? ਦੇਖੋ ਜੀ, ਇੰਡਸਟਰੀ ਨੂੰ ਫਰਕ ਤਾਂ ਬਹੁਤ ਹੀ ਪੈ ਰਿਹਾ ਜੀ, ਠੀਕ ਹੈ ਨਹੀਂ ਜੀ? ਫਰਕ ਕਿੱਥੇ ਪੈ ਰਿਹਾ ਜੀ? ਦੇਖੋ ਜੀ, ਪਹਿਲੇ ਤਾਂ ਟਰਾਂਸਪੋਰਟ 'ਤੇ ਵੀ ਫਰਕ ਪੈ ਰਿਹਾ ਜੀ। ਰॉ ਮਟੀਰੀਅਲ ਬਹੁਤ ਮਹਿੰਗੇ ਹੋ ਰਹੇ ਨੇ। ਦੇਖੋ ਜੀ, ਆਪਾਂ ਇਸ ਗੱਲ ਨੂੰ ਕਰਦੇ ਹਾਂ ਕਿ ਜੇ ਸਭ ਤੋਂ ਪਹਿਲੇ ਤਾਂ ਸਾਡਾ ਅੰਨਦਾਤਾ ਹੈ ਜੀ ਉਹ, ਠੀਕ ਹੈ ਨਾ? ਜਿਹੜੀ ਇੱਕ ਲਹਿਰ ਚੱਲ ਰਹੀ ਹੈ ਜੀ, ਨੋ ਫੂਡ, ਨੋ ਫਾਰਮਰ, ਨੋ ਫੂਡ। ਦੇਖੋ ਜੀ, ਇਹ 100% ਬਿਲਕੁਲ ਸਹੀ ਹੈ ਜੀ। ਜੇ ਸਾਡਾ ਕਿਸਾਨ ਹੀ ਨਹੀਂ ਹੋਏਗਾ ਤਾਂ ਸਾਨੂੰ ਖਾਣ ਨੂੰ ਕਿੱਥੇ ਮਿਲੇਗਾ? ਜੇ ਖਾਣ ਨੂੰ ਨਹੀਂ ਮਿਲੇਗਾ, ਪਾਣ ਨੂੰ ਨਹੀਂ ਮਿਲੇਗਾ, ਕਮਾਉਣ ਨੂੰ ਨਹੀਂ ਮਿਲੇਗਾ, ਤਾਂ ਕਿੱਦਾਂ ਚੱਲੇਗਾ ਇਹ ਸੰਸਾਰ? ਇਹ ਨਹੀਂ ਚੱਲ ਸਕਦਾ ਜੀ। ਇੱਥੇ ਸਰਕਾਰ ਨੂੰ ਇਹ ਮੰਨਣੀ ਹੀ ਪਏਗੀ, ਇਹਨਾਂ ਦੇ ਨਾਲ ਚੱਲਣਾ ਹੀ ਪਏਗਾ। ਜੇ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਬਹਿ ਕੇ ਅੰਦੋਲਨ ਕਰ ਰਿਹਾ ਹੈ ਤਾਂ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ। ਖੇਤੀ ਆਰਡੀਨੈਂਸ ਦੀ ਬਿੱਲਾਂ ਦੀ ਜੇ ਗੱਲ ਕਰ ਰਹੀਏ, ਤੁਹਾਨੂੰ ਲੱਗਦਾ ਕਿ ਜਿਹੜੇ ਆਰਡੀਨੈਂਸ ਬਿੱਲ ਆ ਜਿਹੜੇ ਉਹ ਪਾਸ ਕਰ ਦਿੱਤੇ ਗਏ ਆ ਬਿੱਲਾਂ ਦੇ ਲਈ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਸੀ, ਕਿਸਾਨਾਂ ਨੂੰ, ਵੀ ਜਿਹੜੇ ਬਿੱਲ ਆ ਤਾਂ ਜੋ ਉਹਨਾਂ ਨੂੰ ਉਸ ਸਮੇਂ ਰੋਕ ਦਿੱਤਾ ਜਾਂਦਾ ਵੀ ਇਹ ਸਾਡੇ ਫਾਇਦੇ ਲਈ ਨਹੀਂ ਨੇ ਬਿੱਲ। ਹੁਣ ਜਿਹੜੇ ਬਿੱਲ ਪਾਸ ਕਰ ਦਿੱਤੇ ਗਏ ਨੇ, ਕਿਸਾਨ ਹੁਣ ਉਹਨਾਂ ਦਾ ਵਿਰੋਧ ਕਰ ਰਹੇ ਨੇ। ਤੁਹਾਨੂੰ ਲੱਗਦਾ ਕਿ ਪਹਿਲਾਂ ਜਾਗਰੂਕ ਕਰਨਾ ਚਾਹੀਦਾ ਸੀ ਕਿਸਾਨਾਂ ਨੂੰ?
ਦੇਖੋ ਜੀ, ਕੋਈ ਵੀ ਚੀਜ਼ ਜੇ ਲਾਗੂ ਹੋ ਰਹੀ ਹੈ ਤੇ ਪਹਿਲੇ ਤਾਂ ਉਹਨੂੰ A to Z ਕਲੀਅਰਲੀ ਡਿਸਕ੍ਰਾਈਬ ਕਰਨਾ ਚਾਹੀਦਾ ਜੀ, ਇਹ ਕੀ ਹੈਗਾ ਕੀ ਨਹੀਂ ਹੈਗਾ। ਜੇ ਸਾਡੇ ਭਲੇ ਲਈ ਹੈਗੀ ਹੈ, ਜੇ ਸਾਨੂੰ ਪਸੰਦ ਹੀ ਨਹੀਂ ਹੈਗੀ, ਜੇ ਅਸੀਂ ਕਹਿੰਦੇ ਹਾਂ ਸਾਨੂੰ ਇਹ ਨਹੀਂ ਚੀਜ਼ ਚਾਹੀਦੀ, ਤਾਂ ਧੱਕੇ ਨਾਲ ਕਿਉਂ ਦਿੱਤੀ ਜਾ ਰਹੀ ਹੈ ਜੀ। ਜੇ ਮੈਂ ਇੱਕ ਚੀਜ਼ ਨਹੀਂ ਲੈਣਾ ਚਾਹੁੰਦਾ, ਤੁਸੀਂ ਜ਼ਬਰਦਸਤੀ ਕਰੋਗੇ ਉਹ ਲਓ, ਤੂੰ ਲੈਣੀ ਹੈ। ਜੇ ਮੈਨੂੰ ਨਹੀਂ ਪਸੰਦ ਤਾਂ ਕਿਸ ਗੱਲ ਦਾ ਧੱਕਾ ਜੀ। ਜੇ ਇੰਨੇ ਸਾਲ ਸਾਰੇ ਕਿਸਾਨ ਕਦੇ ਇਹ 1 ਸੈਕਿੰਡ ਦੇ ਵਿੱਚ ਬਿੱਲ ਪਾਸ ਹੋ ਗਿਆ, ਸਾਰਾ ਕੁਝ ਹੋ ਗਿਆ, ਜਿਹਦੇ ਲਈ ਪਾਸ ਕੀਤਾ ਉਹੀ ਨਹੀਂ ਰਾਜੀ, ਤੇ ਆਪਾਂ ਨੂੰ ਕੀ ਚਾਹੀਦਾ ਜੀ? ਕਿਉਂ ਲੈਣੀ ਚਾਹੀਦੀ ਹੈ ਜੀ ਫਿਰ ਉਹ? ਦੇਖੋ ਜੀ, ਇਹ ਸਰਕਾਰ ਜਾਣਬੁੱਝ ਕੇ ਲੰਬਾ ਕਰੀ ਜਾ ਰਹੀ ਕੇਸ ਨੂੰ। ਠੰਡ ਦਾ ਮੌਸਮ ਹੈ, ਇੰਨੇ ਨੇ ਬਜ਼ੁਰਗ ਉੱਥੇ ਬੈਠੇ ਆ, ਨੌਜਵਾਨ ਬੈਠੇ ਆ ਠੰਡ 'ਚ। ਆਪਾਂ ਘਰਾਂ 'ਚ ਵੀ ਸਾਨੂੰ ਠੰਡ ਲੱਗਦੀ ਹੈ, ਅਤੇ ਉਹਨਾਂ ਦਾ ਹਾਲ ਦੇਖੋ ਕੀ ਹੋ ਰਿਹਾ ਉੱਥੇ। ਠੀਕ ਹੈ ਜੀ, ਇਹ ਸਰਕਾਰ ਜਾਣਬੁੱਝ ਕੇ ਲੰਬਾ ਕਰਕੇ ਉਹਨਾਂ ਨੂੰ ਤੋੜਨਾ ਚਾਹੁੰਦੀ ਆ, ਅਤੇ ਸਾਡੇ ਪੰਜਾਬੀ ਭਰਾ ਟੁੱਟਣ ਵਾਲੇ ਨਹੀਂ ਹੈਗੇ। ਪਹਿਲੀ ਗੱਲ, ਉਹ ਜਿੱਤ ਕੇ ਆਉਣਗੇ, ਸਾਡੀਆਂ ਸ਼ੁਭ ਇਛਾਵਾਂ ਉਹਨਾਂ ਦੇ ਨਾਲ ਆ, ਹੈ ਜੀ, ਆਪਾਂ ਉਹਨਾਂ ਦੇ ਨਾਲ ਆ ਜੀ, ਹਰ ਪੱਲੋਂ ਨਾਲ ਆ ਉਹਨਾਂ ਦੇ ਨਾਲ। ਠੀਕ ਹੈ ਜੀ। ਅਡਾਨੀ ਅੰਬਾਨੀਜ਼ ਦੀ ਜੇ ਗੱਲ ਕਰ ਲਈਏ ਆਪਾਂ, ਪੈਟਰੋਲ ਪੰਪ, ਜੀਓ ਪੈਟਰੋਲ ਪੰਪ ਤਾਂ ਚਲੋ ਹਲੇ ਆ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਜੇ ਬਿੱਲ ਨਾ ਰੱਦ ਹੋਇਆ ਤਾਂ ਆਪਾਂ ਨੂੰ ਦੇਖਣ ਨੂੰ ਮਿਲਣਗੇ ਆਮ ਜਿਹੜੇ ਅੰਬਾਨੀਜ਼ ਦੇ ਪੰਪ ਨੇ। ਜੀਓ ਦੀ ਜੇ ਗੱਲ ਕਰੀਏ ਆਪਾਂ, ਜੀਓ ਦੀ ਜਿਹੜੀ ਸਿਮ ਆ, ਫਾਇਦੇ ਲਈ ਲੋਕੀ ਬੜੇ ਜਣੇ ਇਸਤੇਮਾਲ ਕਰ ਰਹੇ ਨੇ। ਕਿਸਾਨਾਂ ਵੱਲੋਂ ਸੁਨੇਹਾ ਵੀ ਸੀਗਾ ਕਿ ਜਿਹੜੇ ਅੰਬਾਨੀਜ਼ ਦੇ ਜਿਹੜੇ ਸਮਾਨ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਹਾਂਜੀ ਸਰ, ਬਿਲਕੁਲ ਕਰਨਾ ਚਾਹੀਦਾ ਜੀ ਬਾਈਕਾਟ। ਇਹਦਾ ਮੋਨੋਪਲੀ ਕਿਸੇ ਚੀਜ਼ ਦੀ ਮਾੜੀ ਹੈ। ਮੋਨੋਪਲੀ ਨਾਲ ਆਮ ਬੰਦੇ ਨੂੰ ਨੁਕਸਾਨ ਪਹੁੰਚਦਾ, ਹਮੇਸ਼ਾ ਹੀ ਪਹੁੰਚਦਾ ਆਇਆ ਔਰ ਪਹੁੰਚਦਾ ਰਹੇਗਾ। ਇਹਨਾਂ ਦੇਖੋ ਸ਼ਾਰਟੇਜ ਕ੍ਰੀਏਟ ਕਰਕੇ, ਕਿਸੇ ਚੀਜ਼ 'ਤੇ ਆਪਾਂ ਸ਼ਾਰਟੇਜ ਕ੍ਰੀਏਟ ਕਰਕੇ ਉਹਦੇ ਰੇਟ ਵਧਾਈਏ ਜਾਂ ਅਨਨੈਸੈਸਰੀ ਉਹਦੇ ਪ੍ਰਾਈਸ ਇੰਕਰੀਜ਼ ਕਰੀ ਜਾਈਏ, ਉਹਦੀ ਸ਼ਾਰਟੇਜ ਆਮ ਬੰਦੇ ਨੂੰ ਨੁਕਸਾਨ ਕਰੇ, ਤਾਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ, ਕਿਸੇ ਪਾਸੋਂ ਫਾਇਦਾ ਨਹੀਂ ਉਹਦਾ। ਇਹ ਸਨ ਇੰਡਸਟਰੀ ਏਰੀਅਸ ਦੇ ਕੁਝ ਓਨਰਸ, ਜਿਹੜੇ ਫੈਕਟਰੀਆਂ ਦੇ ਓਨਰ ਨੇ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ ਸਾਨੂੰ ਵੀ ਜਿਹੜਾ ਨੁਕਸਾਨ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਵਾ। ਕਿਸਾਨਾਂ ਦੀ ਜਿਹੜੀਆਂ ਮੰਗਾਂ ਵਾ ਉਹ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਕਿਸਾਨੀ ਅੰਦੋਲਨ ਨੂੰ ਲੈ ਕੇ ਤੁਹਾਡੇ ਕੀ ਸੁਝਾਅ ਨੇ, ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ। ਕੈਮਰਾ ਪਰਸਨ ਬਲਵਿੰਦਰ ਦੇ ਨਾਲ ਮੈਂ ਕੁਲਵਿੰਦਰ ਸਿੰਘ, ਲੁਧਿਆਣਾ ਲਾਈਵ।